ਕਰਾਂ ਜੀ ਸ਼ੁਰੂ। ਦੋਸਤੋ, ਮੈਂ ਤੁਹਾਨੂੰ ਅੱਜ ਪੰਜਾਬ ਦੀ ਉਸ ਬਹਾਦਰ ਬੱਚੀ ਦੇ ਨਾਲ ਜਿਹਦਾ ਜੀਵਨ ਬੜੇ ਸੰਘਰਸ਼ ਦੇ ਵਿੱਚੋਂ ਗੁਜ਼ਰਿਆ ਤੇ ਜਦੋਂ ਮਤਲਬ ਕੁਦਰਤ ਕਿਸੇ ਵੇਲੇ ਤੇ ਹੁੰਦਾ ਨਾ ਕਿ ਬੰਦਾ ਬਹੁਤ ਸੰਘਰਸ਼ ਚੋਂ ਨਿਕਲਦਾ ਔਰ ਫਿਰ ਇੱਕ ਮੁਕਾਮ ਦੇ ਉੱਤੇ ਪਹੁੰਚ ਜਾਂਦਾ, ਕਿਤੇ ਪਹੁੰਚਣ ਤੋਂ ਬਾਅਦ ਵੀ ਫਿਰ ਡਿੱਗ ਪੈਣਾ ਔਰ ਸਾਰੀ ਜ਼ਿੰਦਗੀ ਇਸ ਤਰ੍ਹਾਂ ਨਿਕਲ ਜਾਣੀ। ਉਸ ਲੜਕੀ ਨਾਲ, ਉਸ ਬੱਚੀ ਨਾਲ ਤੁਹਾਨੂੰ ਮੈਂ ਮਿਲਾਉਣਾ ਚਾਹੁੰਦਾ। ਇਹ ਪੱਲਵੀ ਹੈ, ਫਿਜ਼ੀਓਥੈਰੇਪਿਸਟ ਦਾ ਇਹ ਕੰਮ ਕਰਦੀ ਸੀਗੀ ਔਰ ਇਹਦਾ ਇੱਕ ਬੇਟਾ ਹੈ 10th ਦੇ ਵਿੱਚ ਔਰ ਬੇਟੀ 7ਵੀਂ ਦੇ ਵਿੱਚ ਪੜ੍ਹਦੀ ਹੈ। 18 ਸਾਲ ਦੀ ਉਮਰ ਦੇ ਵਿੱਚ ਹੀ ਇਹਦਾ ਜਿਹੜਾ ਵਿਆਹ ਹੋ ਜਾਂਦਾ। ਘਰ ਵਾਲਾ ਜਿਹੜਾ ਉਹ ਐਡਿਕਟ ਸੀਗਾ, ਨਸ਼ੇ ਕਰਦਾ ਸੀਗਾ, ਮਾਰ ਕੁਟਾਈ ਕਰਦਾ ਸੀਗਾ, ਇੱਥੋਂ ਤੱਕ ਕਿ ਜਦੋਂ ਬੱਚਾ 5 ਸਾਲ ਦਾ ਸੀਗਾ ਇਹਦਾ ਬੇਟਾ, ਉਦੋਂ ਮਹੱਲੇ ਦੇ ਵਿੱਚੋਂ ਕਮੀਜ਼ ਫੜ ਕੇ ਘਸੀਟ ਕੇ ਆਪਣੇ ਬਾਪ ਨੂੰ ਜਿੱਦ ਨਾਲ ਰੋ ਕੇ ਘਰ ਲੈ ਕੇ ਆਉਣਾ। ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਇਹ ਗੁਜ਼ਰੀ ਹੈ ਔਰ 7 ਸਾਲ ਪਹਿਲਾਂ ਇਹਦੇ ਹਸਬੈਂਡ ਦੀ ਡੈਥ ਹੋ ਗਈ ਸੀਗੀ ਔਰ ਕੰਮ ਕੁਝ ਨਾ ਐਡਾ ਹੋਣ ਕਰਕੇ ਇਹ ਆਪਣੇ ਆਪ ਪੇਕਾ ਘਰ ਹੈ ਇਹਦਾ ਜਿੱਥੇ ਰਹਿ ਰਹੀ ਹੈ। ਤੇ ਫਾਦਰ ਇਹਦੇ ਡਰਾਈਵਰ ਸੀਗੇ, ਜਿਹੜੇ ਬਜ਼ੁਰਗ ਹੋ ਗਏ ਨੇ ਹੁਣ ਉਹ ਡਰਾਈਵਰੀ ਕਰ ਨਹੀਂ ਸਕਦੇ। ਭਰਾ ਜਿਹੜਾ ਉਹ ਪ੍ਰਾਈਵੇਟ ਕੰਮ ਕਰਦਾ, ਹੋਮ ਵਿਜ਼ਿਟ ਬਿਜਲੀ ਦਾ ਕੰਮ ਕਰਦਾ, ਜਿਹਦੇ ਨਾਲ ਕੋਈ ਥੋੜ੍ਹੀ ਬਹੁਤੀ ਦਿਹਾੜੀ ਪੈਂਦੀ ਹੈ। ਔਰ ਜੀਵਨ 'ਚ ਸੰਘਰਸ਼ ਇਹਨੇ ਕਿਵੇਂ ਸ਼ੁਰੂ ਕੀਤਾ ਕਿ ਸਕੂਲ ਜੌਬ ਕਰਦੀ ਸੀਗੀ 1200 ਰੁਪਏ ਦੇ ਵਿੱਚ। 8ਵੀਂ ਪੜ੍ਹੀ, ਉੱਥੇ ਬੱਚਿਆਂ ਦੀ ਕੇਅਰਿੰਗ ਦਾ ਕੰਮ ਸੀਗਾ, ਜਿਹੜਾ ਦੇਖਭਾਲ ਦਾ। 1200 ਰੁਪਏ ਦੇ ਵਿੱਚ ਉਹ ਜੌਬ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਕਿਸੇ ਹੌਸਪੀਟਲ ਦੇ ਵਿੱਚ ਇਹ ਫਿਜ਼ੀਓਥੈਰੇਪਿਸਟ ਦਾ ਇਹ ਕੰਮ ਕਰਨ ਲੱਗ ਪਈ। ਆਪਣੀ ਟ੍ਰੇਨਿੰਗ ਦੇ ਨਾਲ 1000 ਰੁਪਏ ਤੋਂ ਇਹਨੇ ਆਪਣੀ ਜਿਹੜੀ ਉਹ ਜੌਬ ਸ਼ੁਰੂ ਕੀਤੀ ਤੇ 5000 ਲਾਸਟ ਇਹਦੀ ਤਨਖਾਹ ਪਹੁੰਚੀ ਹੈ ਜਦੋਂ ਕੋਵਿਡ ਚੱਲਿਆ ਸੀਗਾ। ਔਰ ਕੋਵਿਡ ਦੇ ਵਿੱਚ ਇਹਨੂੰ ਹਸਪਤਾਲ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ। ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਤੋਂ ਵਾਂਝੇ ਹੋਣਾ ਪਿਆ ਸੀਗਾ। ਕੋਵਿਡ ਨੇ ਬਹੁਤ ਸਾਰੇ ਘਰ ਜਿਹੜੇ ਲੀਲੇ ਸੀਗੇ, ਕਈਆਂ ਨੇ ਖੁਦਕੁਸ਼ੀਆਂ ਕੀਤੀਆਂ ਸੀਗੀਆਂ, ਕਈ ਅੱਜ ਤੱਕ ਵੀ ਨਹੀਂ ਉਹਦੇ ਵਿੱਚ ਉੱਠ ਪਾ ਰਹੇ। ਫਿਰ ਇਹਨੇ ਆਪਣਾ ਰੋਜੀ ਰੋਟੀ ਚਲਾਉਣ ਲਈ ਹੋਮ ਸਰਵਿਸ ਜਿਹੜੀ ਫਿਜ਼ੀਓਥੈਰੇਪੀ ਦੀ ਉਹ ਸ਼ੁਰੂ ਕੀਤੀ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹਦੀ 1000 ਰੁਪਈਆ ਦਿਹਾੜੀ ਜਿਹੜੀ ਉਹ ਰੋਜ਼ ਬਣ ਜਾਂਦੀ ਸੀਗੀ। ਘਰ ਵਾਲੇ ਨੇ ਕਰਜ਼ੇ ਜਿਹੜੇ ਨਸ਼ੇ ਦੇ ਚੱਕਰ 'ਚ ਲਏ ਸੀਗੇ ਜ਼ਿੰਦਗੀ ਦੇ ਵਿੱਚ, ਉਹ ਲਾਹ ਕੇ ਤੇ ਆਪਣੇ ਬੱਚਿਆਂ ਲਈ ਕੁਛ ਕਰ ਪਾ ਰਹੀ ਸੀ ਔਰ ਸਕੂਨ ਦੀ ਜਿਹੜੀ ਜ਼ਿੰਦਗੀ ਇਹਨੂੰ ਮਿਲ ਰਹੀ ਸੀਗੀ। ਔਰ ਫਿਰ ਇੱਕ ਇਹਦੇ ਨਾਲ ਹਾਦਸਾ ਹੁੰਦਾ ਹੈ ਬਹੁਤ ਵੱਡਾ, ਜਿਹਦੇ ਵਿੱਚ ਇਹ ਲੋਹਾਰਕਾ ਰੋਡ ਹੈ ਸਾਡੇ ਇੱਥੇ, ਇਹਦੇ ਘਰ ਤੋਂ ਮੇਰੇ ਖਿਆਲ 10-15 ਕਿਲੋਮੀਟਰ ਦੂਰ ਹੋਊਗਾ, ਜਿੱਥੋਂ ਇਹ ਕਿਸੇ ਦੀ ਥੈਰੇਪੀ ਕਰਕੇ ਵਾਪਸ ਆ ਰਹੀ ਸੀਗੀ ਔਰ ਰਾਹ ਦੇ ਵਿੱਚ ਇਹਦਾ 2 ਸਨੈਚਰਾਂ ਨੇ ਫੋਨ ਖੋਹ ਕੇ ਭੱਜ ਗਏ। ਔਰ ਇਹਦੀ ਮਿਹਨਤ ਦੀ ਕਮਾਈ ਸੀਗੀ, ਇਹਨੇ ਬਹੁਤ ਚੀਕਾਂ ਮਾਰੀਆਂ ਔਰ ਮੈਂ ਉਹਨਾਂ ਲੋਕਾਂ ਨੂੰ ਲਾਹਣਤਾਂ ਵੀ ਪਾਉਣਾ ਜਿਹੜੇ ਲਾਗੇ ਖਲੋਤੇ ਤਮਾਸ਼ਾ ਵੇਖਦੇ ਰਹੇ ਔਰ ਉਹਨਾਂ ਬੰਦਿਆਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਫਿਰ ਇਹਨੇ ਜੋਸ਼ ਦੇ ਨਾਲ ਉਹਨਾਂ ਦੇ ਪਿੱਛੇ ਆਪਣਾ ਜਿਹੜਾ ਐਕਟਿਵਾ ਲਾਇਆ, ਜਿਹੜੀ ਵੀ ਵਹੀਕਲ ਦੇ ਉੱਤੇ ਸੀਗੀ, ਉਹਨਾਂ ਦਾ ਬਹੁਤ ਦੂਰੀ ਤੱਕ ਜਿਹੜਾ ਉਹ ਪਿੱਛਾ ਕੀਤਾ ਔਰ ਅੱਗੇ ਜਾ ਕੇ ਉਹਨਾਂ ਨੂੰ ਇਹਨੇ ਸੁੱਟ ਲਿਆ, ਆਪ ਵੀ ਡਿੱਗ ਪਈ ਔਰ ਬਹੁਤ ਸਾਰੀਆਂ ਜਿਹੜੀਆਂ ਇਹਨੂੰ ਸੱਟਾਂ ਲੱਗੀਆਂ, ਸਿਰ ਦੇ ਉੱਤੇ ਕਈ ਟਾਂਕੇ ਨੇ, ਕੰਨ ਜਿਹੜਾ ਉਹ ਫ੍ਰੈਕਚਰ ਹੋ ਗਿਆ, ਅੱਖ ਤੋਂ ਬਹੁਤ ਘੱਟ ਇਹਨੂੰ ਦਿਸ ਰਿਹਾ, ਸ਼ੋਲਡਰ ਦੇ ਉੱਤੇ 3 ਜਿਹੜੇ ਇਹਦੇ ਫ੍ਰੈਕਚਰ ਨੇ। ਜਿਹੜਾ ਇਹ ਕੰਮ ਕਰਦੀ ਸੀਗੀ ਉਹ ਕੰਮ ਤੋਂ ਵੀ ਇਹ ਵਾਂਝੀ ਹੋ ਗਈ ਔਰ ਅੱਜ ਇਹਦੇ ਮਦਰ ਦੱਸ ਰਹੇ ਨੇ ਕਿ ਇਹਨੂੰ ਕਦੀ ਕਦੀ ਸਾਇਲੈਂਟ ਅਟੈਕ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹਦੇ ਸੁਪਨੇ ਸੀਗੇ ਕਿ ਹੌਲੀ ਹੌਲੀ ਜੇ ਮੇਰਾ ਕੰਮ ਇੰਨਾ ਵਧੀਆ ਚੱਲ ਪਿਆ, ਮੈਨੂੰ ਕਲਾਇੰਟ ਇੰਨਾ ਪਸੰਦ ਕਰਦੇ ਨੇ ਤੇ ਮੈਂ ਆਪਣਾ ਇੱਕ ਥੈਰੇਪੀ ਸੈਂਟਰ ਜਿਹੜਾ ਖੋਲ੍ਹਣਾ। ਉਹ ਵਿੱਚੇ ਹੀ ਸਾਰੇ ਇਹਦੇ ਸੁਪਨੇ ਜਿਹੜੇ ਟੁੱਟ ਗਏ ਔਰ ਦੁਬਾਰਾ ਇਹ ਉਸੇ ਕਗਾਰ ਦੇ ਉੱਤੇ, ਉਸੇ ਜਗ੍ਹਾ ਦੇ ਉੱਤੇ ਦੁਬਾਰਾ ਪਹੁੰਚ ਗਈ। ਔਰ ਇਸ ਘਰ ਦੇ ਨਾਲ, ਜਿੱਥੇ ਇਹਦੇ ਮੈਂ ਫਾਦਰ ਦਾ ਦੱਸਿਆ, ਇਹਦੇ ਬ੍ਰਦਰ ਦਾ ਦੱਸਿਆ, ਇੱਕ ਇਹਦੀ ਭੈਣ ਹੈ, ਉਹਦੀ ਵੀ ਕੈਂਸਰ ਨਾਲ ਡੈਥ ਹੋ ਗਈ ਔਰ ਉਹਦੇ ਵੀ 2 ਬੱਚੇ ਜਿਹੜੇ ਇੱਥੇ ਇਹਨਾਂ ਦੇ ਕੋਲ ਹੀ ਰਹਿ ਰਹੇ ਨੇ। ਇਹਨਾਂ ਮੁਸ਼ਕਲਾਂ ਦੇ ਵਿੱਚੋਂ ਇੰਨਾ ਜ਼ਿਆਦਾ ਇਹ ਜੂਝ ਰਹੇ ਨੇ ਔਰ ਦੁੱਖ ਕੀ ਲੱਗਦਾ ਇਸ ਗੱਲ ਦਾ ਕਿ ਇੰਨੀ ਵੱਡੀ ਜੱਦੋ-ਜਹਿਦ, ਜਿਹਦੇ ਇੱਕ ਪਾਸੇ ਤੇ ਆਪਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਆਪਣੇ ਹੱਕਾਂ ਲਈ ਜਾਗੋ, ਮਤਲਬ ਜਿਹੜੇ ਦੁਸ਼ਟ ਲੋਕ ਨੇ ਉਹਨਾਂ ਨਾਲ ਲੜੋ। ਜੇ ਇਹਨੇ ਬਹਾਦਰੀ ਨਾਲ ਉਹਨਾਂ ਨਾਲ ਲੜੀ ਵੀ ਹੈ ਤੇ ਇਹਨੂੰ ਉਹਦੇ ਬਦਲੇ 'ਚ ਮਿਲਿਆ ਕੀ ਹੈ? ਇੱਕ ਮੇਰਾ ਖਿਆਲ ਪ੍ਰਮਾਣ ਪੱਤਰ ਜਿਹੜਾ ਇਹਨੂੰ ਉਹ ਦਿੱਤਾ ਗਿਆ ਹੈ ਸਰਕਾਰ ਵੱਲੋਂ। ਉਹ ਪ੍ਰਮਾਣ ਪੱਤਰ ਹੈ ਇਹਨੂੰ ਮਿਲਿਆ, ਜਿਹਦੇ ਵਿੱਚ ਇਹਦੀ ਬਹਾਦਰੀ, ਇਹਦੇ ਵਿੱਚ ਲਿਖਿਆ ਗਿਆ ਕਿ ਲੁਟੇਰਿਆਂ ਦਾ ਮੁਕਾਬਲਾ ਕੀਤਾ ਪੱਲਵੀ ਸ਼ਰਮਾ ਨੇ ਔਰ ਇਹਨੂੰ ਪ੍ਰਮਾਣ ਪੱਤਰ ਜਿਹੜਾ ਸ਼ਲਾਘਾ ਦਾ ਉਹ ਜਾਰੀ ਕੀਤਾ ਗਿਆ। ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਸ ਪ੍ਰਮਾਣ ਪੱਤਰ ਦੇ ਨਾਲ ਇਹਦੇ ਬੱਚੇ ਪੜ੍ਹ ਜਾਣਗੇ? ਇਸ ਪ੍ਰਮਾਣ ਪੱਤਰ ਦੇ ਨਾਲ ਇਹਦੀ ਦਵਾਈ ਦਾ ਇਲਾਜ ਹੋ ਜਾਊਗਾ? ਇਸ ਪ੍ਰਮਾਣ ਪੱਤਰ ਦੇ ਨਾਲ ਇਹਦੀ ਰੋਜੀ ਰੋਟੀ ਚੱਲ ਜੂਗੀ? ਮਤਲਬ ਇਹਦੇ ਲਈ ਕੁਛ ਨਾ ਕੁਛ ਉਪਰਾਲਾ ਕਰਨਾ ਚਾਹੀਦਾ ਸੀ। ਇਹਨੂੰ ਕੁਛ ਜੌਬ ਕਿਸੇ ਤਰੀਕੇ ਵੀ ਇਹਦੇ ਜਿਹੜੇ ਮਤਲਬ ਸਾਧਨ ਪੈਦਾ ਇੱਜ਼ਤ ਮਾਣ ਵਾਲੇ ਉਹ ਕਰਨੇ ਚਾਹੀਦੇ ਸੀ ਕਿ ਆਪਣਾ ਰੋਜੀ ਰੋਟੀ ਇਹ ਕਰ ਸਕਦੀ, ਕਮਾ ਸਕਦੀ, ਸਾਰਾ ਕੁਝ ਮਤਲਬ ਇਹ ਕਰਦੀ। ਦਵਾਈਆਂ ਦਾ ਖਰਚਾ ਜਿਹੜਾ ਹੁੰਦਾ ਸੀਗਾ 45000 ਰੁਪਈਆ ਇਹਨੂੰ ਸਿਰਫ ਦਵਾਈਆਂ ਦਾ ਜਿਹੜਾ ਆਇਆ ਔਰ ਜਿੰਨਾ ਇਲਾਜ ਕਰਾ ਰਹੀ ਹੈ, ਕਈ ਬਿੱਲ ਅਜੇ ਤੱਕ ਦਿੱਤੇ ਨੇ ਜਿਹੜੇ ਉਹ ਬਿੱਲ ਇਹਦੇ ਵਾਪਸ ਹੀ ਨਹੀਂ ਆਏ, ਉਹਨੂੰ ਮਿਲੇ ਹੀ ਨਹੀਂ ਪੈਸੇ।
ਔਰ ਦੱਸ ਰਹੀ ਹੈ ਕਿ ਕਈ ਵਾਰੀ ਮੈਂ ਇਲਾਜ ਜਦੋਂ ਦਵਾਈ ਕਰਨੀ ਹੁੰਦੀ ਹੈ ਤੇ ਦਵਾਈ ਮੇਰੇ ਕੋਲ ਹੁੰਦੀ ਨਹੀਂ, ਪੈਸੇ ਨਹੀਂ ਹੁੰਦੇ, ਫਿਰ ਮੈਂ ਦਵਾਈ ਛੱਡ ਦਿੰਨੀ ਆ ਤੇ ਮੇਰਾ ਮੂੰਹ ਜਿਹੜਾ ਉਹ ਟੇਢਾ ਹੋ ਜਾਂਦਾ, ਮੈਨੂੰ ਮਤਲਬ ਦੌਰੇ ਪੈਣੇ, ਜਿਹੜੇ ਅਟੈਕ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਮੈਂ ਬੇਨਤੀ ਕਰਦਾ ਕਿ ਜੇ ਇਹਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ, ਜਿਹੜਾ ਕੰਮ ਪੁਲਿਸ ਦਾ ਮਤਲਬ ਸਵੱਛ ਪ੍ਰਸ਼ਾਸਨ ਦੇਣਾ ਤੇ ਲੋਕਾਂ ਨੂੰ ਸਿਕਿਉਰ ਰੱਖਣਾ ਇਹਨੇ ਆਪ ਕੀਤਾ ਉਹਨਾਂ ਦਾ, ਤੇ ਇਹਦੀ ਬਾਂਹ ਜਿਹੜੀ ਉਹ ਜ਼ਰੂਰ ਫੜਨੀ ਚਾਹੀਦੀ ਸੀ। ਹੁਣ ਮੈਨੂੰ ਪਤਾ ਲੱਗਾ ਕਿ ਡੀਸੀ ਸਾਹਿਬ, ਮੈਂ ਜਿਹੜਾ ਬੰਦਾ ਚੰਗਾ ਹੋਵੇ ਉਹਦੀ ਤਾਰੀਫ ਵੀ ਜ਼ਰੂਰ ਕਰਨੀ ਚਾਹੀਦੀ ਹੈ। ਸਾਡੇ ਸ਼ਹਿਰ ਦੇ ਡੀਸੀ ਨੇ ਹਰਪ੍ਰੀਤ ਸਿੰਘ ਸੂਦਨ, ਇਮਾਨਦਾਰ ਸ਼ਖਸੀਅਤ ਨੇ, ਉਹਨਾਂ ਨੇ ਸਰਕਾਰ ਵੱਲੋਂ ਅਕਤੂਬਰ ਮਹੀਨੇ ਦਾ ਇਹਦੇ ਨਾਲ ਇਹ ਹਾਦਸਾ ਵਾਪਰਿਆ ਔਰ ਅੱਜ ਮੇਰੇ ਖਿਆਲ 6 ਮਹੀਨੇ ਹੋਣ ਜਾ ਰਹੇ ਨੇ, ਉਹਨਾਂ ਨੇ 2 ਲੱਖ ਰੁਪਏ ਦਾ ਚੈੱਕ ਜਿਹੜਾ ਸਰਕਾਰ ਵੱਲੋਂ ਬਣਾਇਆ ਸੀਗਾ ਉਹ ਇਹਨੂੰ ਪਹੁੰਚ ਜਾਣਾ ਸੀਗਾ, ਪਰ ਮੈਨੂੰ ਲੱਗਦਾ ਕਿ ਉਹ ਨਾਂ ਦੇ ਵਿੱਚ ਕੋਈ ਗਲਤੀ ਹੋ ਗਈ ਆ। ਮੈਂ ਵੀ ਪੁੱਛਿਆ ਸੀਗਾ ਜਿਨ੍ਹਾਂ ਨੇ ਇਹਨਾਂ ਨੂੰ ਚੈੱਕ ਦੇਣ ਆਉਣਾ ਸੀਗਾ ਕਿ ਨਾਂ 'ਚ ਕੋਈ ਗਲਤੀ ਹੋਈ ਆ, ਇਹਦਾ ਨਾਂ ਜਿਹੜਾ ਸਹੀ ਕਰਕੇ ਤੇ ਉਹ ਚੈੱਕ ਇਹਨੂੰ ਮੇਰੇ ਖਿਆਲ 1-2 ਦਿਨ ਦੇ ਵਿੱਚ ਪੁੱਜਦਾ ਕਰ ਦੇਣਗੇ। 2 ਲੱਖ ਰੁਪਏ ਨਾਲ ਮਤਲਬ ਇਹਦੀ ਜ਼ਿੰਦਗੀ ਨਹੀਂ ਨਿਕਲ ਸਕਦੀ, ਇਹਦੇ ਬੱਚਿਆਂ ਦੇ ਸੁਪਨੇ ਨੇ, ਇਹਨੇ ਬੜਾ ਕੁਝ ਮਤਲਬ ਕਰਨ ਦੀ ਸੋਚੀ ਸੀਗੀ। ਔਰ ਬੇਟਾ ਇਹਦਾ ਜਿਹੜਾ 17 ਸਾਲ ਉਹਦੀ ਉਮਰ ਹੈ ਜੀ, 17 ਸਾਲ ਦਾ ਬੇਟਾ 4 ਵਜੇ ਮੇਰੇ ਖਿਆਲ ਉਹ ਫ੍ਰੀ ਹੁੰਦਾ ਜਦੋਂ ਸਕੂਲ ਤੋਂ ਆਉਂਦਾ ਘਰੋਂ ਰੋਟੀ ਖਾ ਕੇ, ਤੇ ਕਿਸੇ ਦੁਕਾਨ ਦੇ ਉੱਤੇ ਜੌਬ ਕਰਦਾ, 2000 ਰੁਪਈਆ ਸਿਰਫ ਉਹਨੂੰ ਮਿਲਦਾ, ਉਹ 2000 ਰੁਪਈਏ ਨਾਲ ਕਿਸੇ ਵੇਲੇ ਉਹ ਮਾਂ ਦੀ ਜਿਹੜੀ ਉਹ ਦਵਾਈ ਕਰਦਾ। ਇਹ ਸਾਰਾ ਕੇਸ ਮੈਨੂੰ ਪਤਾ ਲੱਗਾ ਸੀਗਾ ਔਰ ਮੇਰੇ ਮਨ ਦੇ ਵਿੱਚ ਆਇਆ ਕਿ ਚਲੋ ਅਸੀਂ ਜਾ ਕੇ ਇਸ ਬੱਚੀ ਦੀ ਹੈਲਪ ਕਰਦੇ ਹਾਂ। ਮੈਂ ਤੇ ਸੁੱਖ ਅਮਰਤ ਜੀ ਆਏ ਹਾਂ ਤੇ ਇਹਨੂੰ ਅਸੀਂ 1 ਲੱਖ ਰੁਪਈਆ ਜਿਹੜਾ ਉਹ ਆਪਣੇ ਕੋਲੋਂ ਦਿੱਤਾ ਔਰ ਅੱਗੋਂ ਵੀ ਇਹਨਾਂ ਅਸ਼ੋਰ ਕਰ ਦਿੱਤਾ ਸੁੱਖ ਅਮਰਤ ਹੋਣਾ ਕਿ ਜੇ ਤੂੰ ਆਪਣਾ ਸੈਂਟਰ ਵੀ ਖੋਲ੍ਹਣਾ ਚਾਹੁੰਦੀ ਆ ਤੇ ਕਿਸੇ ਦੁਕਾਨ ਦੇ ਉੱਤੇ ਤੁਸੀਂ ਕਿਰਾਏ ਤੇ ਲੈ ਸਕਦੇ ਹੋ, 2-4-6 ਮਹੀਨੇ ਜਿੰਨਾ ਚਿਰ ਉਹ ਨਹੀਂ ਚੱਲਦਾ ਮੈਂ ਉਹਦਾ ਕਿਰਾਇਆ ਵੀ ਦੇਣ ਨੂੰ ਤਿਆਰ ਹਾਂ। ਔਰ ਜਿਹੜੀ ਉੱਥੇ ਮਸ਼ੀਨਰੀ ਲੱਗਣੀ ਹੈ ਉਹ ਵੀ ਜਿਹੜੀ ਤੁਹਾਡੀ ਮੈਂ ਅਰੇਂਜ ਕਰਨ ਨੂੰ ਤਿਆਰ ਹਾਂ, ਉਹ ਮਸ਼ੀਨਰੀ ਵੀ ਤੁਹਾਨੂੰ ਅਰੇਂਜ ਕਰ ਦਿੱਤੀ ਜਾਊਗੀ ਜੇ ਤੁਸੀਂ ਕਰਨਾ ਚਾਹੋ, ਜੇ ਤੁਸੀਂ ਉਸ ਕਪੈਸਿਟੀ ਦੇ ਵਿੱਚ ਆ ਜਾਓ ਤੁਸੀਂ ਦੁਬਾਰਾ ਉਹ ਕੰਮ ਕਰਨਾ। ਸੋ ਮੇਰੀ ਬੇਨਤੀ ਹੈ ਕਿ ਇੰਨੇ ਪੈਸਿਆਂ ਨਾਲ ਇਹਦੀ ਜ਼ਿੰਦਗੀ ਨਹੀਂ ਨਿਕਲ ਸਕਦੀ, ਜੇ ਕੰਮ ਕਰਨ ਜੋਗੀ ਹੋ ਗਈ ਤੇ ਠੀਕ ਹੈ, ਅਜੇ ਤੱਕ ਤੇ ਸਰੀਰੋਂ ਬਹੁਤ ਜ਼ਿਆਦਾ ਉਹਨੂੰ ਫ੍ਰੈਕਚਰ ਤੇ ਉਹਨੂੰ ਮਤਲਬ ਸਮਝ ਹੀ ਨਹੀਂ ਆ ਰਹੀ। ਸੋ ਇਸ ਕਰਕੇ ਅਸੀਂ ਜਿਹੜਾ ਇਹਦਾ ਸਾਥ ਦੇਣ ਆਏ ਹਾਂ। ਔਰ ਮੇਰੀ ਬਹੁਤ ਸਾਰੇ ਜਿੰਨੇ ਵੀ ਪੰਜਾਬ ਵਾਸੀ ਨੇ, ਜਿੰਨੇ ਵੀ ਬਾਹਰ ਬੈਠੇ ਨੇ ਲੋਕ, ਮੈਂ ਜ਼ਿੰਦਗੀ 'ਚ ਕਦੀ ਕਿਸੇ ਕੋਲੋਂ ਮਤਲਬ ਪੈਸਾ ਨਹੀਂ ਮੰਗਿਆ ਕਿ ਮੈਨੂੰ ਫੜਾਓ ਤੇ ਮੈਂ ਅੱਗੇ ਫੜਾਊਂਗਾ, ਇਹਦਾ ਅਕਾਊਂਟ ਨੰਬਰ ਵੀ ਮੈਂ ਦਊਂਗਾ। ਇਹਦੇ ਬੱਚਿਆਂ ਦੇ ਸੁਪਨੇ ਨੇ, ਇਹਨੇ ਇੱਕ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ, ਮਤਲਬ ਦੇਸ਼ ਦੀ ਬੱਚੀ ਹੈ ਯਾਰ, ਸੂਬੇ ਦੀ ਬੱਚੀ ਹੈ, ਜਿੱਥੋਂ ਤੱਕ ਵੀ ਇਹਦੀ ਹੈਲਪ ਹੋ ਸਕੇ। ਇਹਦਾ ਅਕਾਊਂਟ ਨੰਬਰ ਮੈਂ ਆਪਣੀ ਫੇਸਬੁੱਕ ਤੇ ਪਾ ਦੂੰਗਾ, ਇਹਦਾ ਫੋਨ ਨੰਬਰ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦਿੰਦਾ, ਜੇ ਤੁਸੀਂ ਕੋਈ ਨੋਟ ਵੀ ਕਰਨਾ ਚਾਹੋ ਤੇ ਕਰ ਸਕਦੇ ਹੋ। ਆ ਫੋਨ ਨੰਬਰ ਵੈਸੇ ਮੈਂ ਲਿਖ ਦਿੰਦਾ ਉਹਦੇ ਉੱਤੇ ਫੇਸਬੁੱਕ ਦੇ ਉੱਤੇ 98152 91785 9815291785। ਤੁਸੀਂ ਇਹਦੇ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ। ਸਾਡੀ ਕੋਸ਼ਿਸ਼ ਹੁੰਦੀ ਹੈ ਦੋਵਾਂ ਦੀ ਇੱਕ ਕਿ ਜਿੱਥੇ ਕਿਤੇ ਵੀ ਲੋਕਾਂ ਨੂੰ ਅਪੀਲ ਕੀਤੀ ਜਾਵੇ ਉੱਥੇ ਪਹਿਲ ਆਪ ਜ਼ਰੂਰ ਕੀਤੀ ਜਾਵੇ, ਆਪ ਉਹਦੇ ਵਿੱਚ ਕੋਈ ਯੋਗਦਾਨ ਪਹਿਲਾਂ ਪਾਇਆ ਜਾਵੇ। ਸਿਰਫ ਇਹ ਨਹੀਂ ਹੈਗਾ ਕਿ ਸਿਰਫ ਅਪੀਲ ਕਰਕੇ ਤੇ ਬਾਕੀਆਂ ਨੂੰ ਕਹਿ ਦਿੱਤਾ ਜਾਵੇ ਇਹਦਾ ਸਾਥ ਦਿਓ। ਸੋ ਆਪਣੇ ਵੱਲੋਂ ਅਸੀਂ ਇਹਨੂੰ ਲੱਖ ਰੁਪਈਆ ਦਿੱਤਾ, ਅੱਗੇ ਵੀ ਜਿੱਥੇ ਇਹਨੂੰ ਲੋੜ ਹੈ ਅਸੀਂ ਇਹਦੀ ਜਿੰਨੀ ਵੀ ਹੈਲਪ ਹੋ ਸਕੀ ਜ਼ਰੂਰ ਕਰਾਂਗੇ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਬੱਚੇ ਇਹੋ ਜਿਹਾ ਕਮਾ ਕੇ ਖਾਣਾ ਚਾਹਣ, ਮੈਨੂੰ ਪੈਸੇ ਦੇ ਰਿਹਾ ਸੀਗਾ ਤੇ ਅੱਖਾਂ ਇਹਦੀਆਂ ਭਰ ਆਈਆਂ, ਰੋ ਰਹੀ ਹੈ, ਮਦਰ ਇਹਦੇ ਬੈਠੇ ਨੇ ਕਿ ਮੈਂ ਲੈਣਾ ਨਹੀਂ ਚਾਹੁੰਦੀ, ਕਿ ਮੈਂ ਕਮਾ ਕੇ ਖਾਣਾ ਚਾਹੁੰਦੀ ਹਾਂ। ਪਰ ਫਿਰ ਮੈਂ ਇਹਨੂੰ ਸਮਝਾਇਆ ਕਿ ਜ਼ਿੰਦਗੀ ਪੈਸੇ ਨਾਲ ਹੀ ਨਿਕਲਣੀ ਹੈ, ਬੱਚੇ ਪੈਸੇ ਨਾਲ ਹੀ ਪੜ੍ਹਨੇ ਨੇ, ਕਿਉਂਕਿ ਸਾਡੇ ਦੇਸ਼ 'ਚ ਇਹੋ ਜਿਹਾ ਤੰਤਰ, ਇਹੋ ਜਿਹਾ ਸਾਧਨ ਨਹੀਂ ਹੈਗਾ ਕਿ ਬੱਚੇ ਐਜੂਕੇਸ਼ਨ ਵੀ ਟੋਟਲੀ ਮਤਲਬ ਬਹੁਤ ਵਧੀਆ ਐਜੂਕੇਸ਼ਨ ਫ੍ਰੀ ਮਿਲੇ, ਤੇਰਾ ਇਲਾਜ ਵੀ ਸਾਰਾ ਕੁਝ ਫ੍ਰੀ ਹੋ ਜੇ। ਅਜੇ ਇਹ ਸਿਸਟਮ ਠੀਕ ਹੁੰਦਿਆਂ ਪਤਾ ਨਹੀਂ ਕਿੰਨੇ ਸਾਲ ਲੱਗਣੇ ਨੇ, ਸਾਡੀ ਇੱਕ ਪੀੜ੍ਹੀ ਲੰਘ ਜਾਣੀ ਆ। ਸੋ ਸਾਡੇ ਕੋਲੋਂ ਜੇ ਕੋਈ ਉਪਰਾਲਾ ਹੋਇਆ ਉਹ ਤੇਰੇ ਹੱਕ ਦਾ, ਮਤਲਬ ਜੇ ਕੋਈ ਕਿਸੇ ਨੂੰ ਦਿੰਦਾ ਤੇ ਰੱਬ ਉਹਨੂੰ ਬਹੁਤ ਜ਼ਿਆਦਾ ਦਿੰਦਾ। ਮੈਂ ਤੇ ਇੱਕ ਗੱਲ ਕਹਿੰਦਾ ਨਾ ਕਿ ਜਿੱਥੇ ਕਿਤੇ ਵੀ ਇਹੋ ਜਿਹੀ ਗੱਲ ਹੋਵੇ ਕਿ ਉਹ ਦੇਈ ਜਾਂਦਾ ਤੇ ਮੈਂ ਦੇਈ ਜਾਂਦਾ, ਵੀ ਉਹ ਦੇਈ ਜਾਂਦਾ ਤੇ ਅਸੀਂ ਦੇਈ ਜਾਂਦੇ ਹਾਂ। ਤੁਹਾਨੂੰ ਮੈਂ ਪਹਿਲਾਂ ਕੋਵਿਡ ਦੇ ਦੌਰਾਨ ਯਾਦ ਕਰਾਵਾਂ ਕਿ ਇੱਕ ਲੁਧਿਆਣੇ ਦੇ ਵਿੱਚ ਬੱਚੇ ਦੀ ਉਹਨੇ ਸੁਸਾਈਡ ਕਰ ਲਿਆ ਸੀਗਾ ਕੋਵਿਡ 'ਚ, ਆਪਣਾ ਉਹਦੇ ਕੋਲ ਖਰਚਾ ਨਹੀਂ ਸੀ ਚੱਲਦਾ ਔਰ ਮੈਂ ਉੱਥੇ ਵੀ ਗਿਆ ਸੀਗਾ। ਮੈਂ ਇਹਨਾਂ ਨਾਲ ਸਲਾਹ ਕਰਕੇ ਮੇਰੇ ਨਾਲ ਗਏ ਸੀ, ਉੱਥੇ ਵੀ ਇੱਕ ਗੱਲ ਆਖੀ ਸੀ ਕਿ ਸਭ ਤੋਂ ਵੱਡੀ ਡਿਮਾਂਡ ਉਹਨਾਂ ਦੇ ਬੱਚੇ ਦੇ ਪੜ੍ਹਨ ਦੀ ਸੀਗੀ। ਅੱਜ ਮੇਰੇ ਖਿਆਲ 3 ਸਾਲ ਹੋ ਗਿਆ, ਕੱਲ ਫਿਰ ਅਸੀਂ ਉਹਨਾਂ ਨੂੰ 55000 ਰੁਪਈਆ ਸਾਲਾਨਾ ਜਿਹੜਾ ਭੇਜਣਾ। ਸੋ ਸਾਰੇ ਸਮਾਜ ਦਾ ਬੋਝ ਜਾਂ ਸਾਰੇ ਲੋੜਵੰਦਾਂ ਦਾ ਚਾਹੀਏ ਵੀ ਤੇ ਅਸੀਂ ਮਤ ਨਹੀਂ ਕਰ ਸਕਦੇ। ਤੁਸੀਂ ਲੋਕ ਵੀ ਸਾਰੇ ਇਹੋ ਜਿਹਾ ਕੋਈ ਉਪਰਾਲਾ ਕਰੋ। ਇਹਦਾ ਅਕਾਊਂਟ ਨੰਬਰ ਤੁਹਾਡੇ ਕੋਲ ਆ ਜਾਊਗਾ। ਇਸ ਬੱਚੀ ਦੇ ਸੁਪਨੇ ਨੇ, ਕਮਾ ਕੇ ਖਾਣਾ ਚਾਹੁੰਦੀ ਆ। ਮੈਂ ਤੁਹਾਨੂੰ ਅਪੀਲ ਕਰੂੰਗਾ, ਇਹਨੂੰ ਕਰੋੜਾਂ ਦੇ ਵਿੱਚ ਤੇ ਕੋਈ ਰੁਪਈਏ ਆ ਨਹੀਂ ਜਾਣੇ, 2-4-5 ਲੱਖ ਰੁਪਈਆ ਜੇ ਥੋੜ੍ਹੇ ਤੁਹਾਡੇ ਮਤਲਬ ਚੁੰਝ ਦੇ ਵਿੱਚੋਂ ਪਾਣੀ ਡਿੱਗਣ ਦੇ ਨਾਲ ਇਹਦੀ ਮਦਦ ਹੋ ਜੂਗੀ ਤੇ ਇਹਦੀ ਜ਼ਿੰਦਗੀ ਤੇ ਇਹਦੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਉਹ ਸੌਰ ਸਕਦੀ ਹੈ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਿੱਥੇ ਜੇ ਹੋ ਸਕਦਾ ਤੇ ਇਹਦਾ ਜਿਹੜਾ ਮਤਲਬ ਸਾਥ ਦਿੱਤਾ ਜਾਵੇ। ਔਰ ਜਿਹੜੇ ਲੋਕ ਲੁੱਟਾਂ ਖੋਹਾਂ ਕਰਦੇ ਨੇ, ਮੈਂ ਮਤਲਬ ਉਹਨਾਂ ਨੂੰ ਅਸੀਂ ਇਕੱਲੇ ਕੋਈ ਸਾਡੇ ਕੋਲ ਤੰਤਰ ਥੋੜ੍ਹੀ ਹੈ ਕਿ ਫੜ ਕੇ ਅੰਦਰ ਦੇ ਦਿਆਂਗੇ, ਸਾਡੇ ਕੋਲ ਸਾਧਨ ਥੋੜ੍ਹੀ ਹੈ। ਮੈਂ ਉਹਨਾਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਕਿ ਤੁਹਾਡੇ ਇੱਕ ਨਿੱਕੇ ਜਿਹੇ ਗੁਨਾਹ ਦੇ ਨਾਲ ਇੱਕ 5-7-10 ਹਜ਼ਾਰ ਰੁਪਏ ਦਾ ਫੋਨ ਹੋਏਗਾ ਯਾਰ,
ਉਹਦੇ ਨਾਲ ਤੁਸੀਂ ਸਾਰੀ ਉਹਦੀ ਜ਼ਿੰਦਗੀ ਤੇ ਉਹਦਾ ਟੱਬਰ ਦੀ ਜ਼ਿੰਦਗੀ ਤੁਸੀਂ ਦਾਅ ਦੇ ਉੱਤੇ ਲਾ ਦਿੱਤੀ ਹੈ। ਸੋ ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰ ਕਿ ਤੁਸੀਂ ਇਹੋ ਜਿਹਾ ਸੱਟ ਪੇਟ ਲਾਉਂਦਿਆਂ ਵੀ ਨਹੀਂ ਦੇਖਦੇ। ਛੋਟੀ ਜੀ ਤੁਸੀਂ ਆਪਣੇ ਨਸ਼ੇ ਲਈ ਜ਼ਰੂਰਤ ਪੂਰੀ ਕਰਨੀ ਹੁੰਦੀ ਹੈ ਔਰ ਸਾਰਾ ਟੱਬਰ ਪਹਿਲਾਂ ਉਹਨੂੰ ਪਤੀ ਆਪਣਾ ਜਿਹੜਾ ਨਸ਼ੇੜੀ ਮਤਲਬ ਜ਼ਿੰਦਗੀ ਦੇ ਵਿੱਚ ਸਿਆ ਆਪ ਹੁਣ ਮਾਨਸਿਕ ਤੌਰ ਤੇ ਉਹ ਇੰਨਾ ਜ਼ਿਆਦਾ ਦਬਾਅ ਦੇ ਵਿੱਚ ਹੈ, ਸਰੀਰਕ ਇੰਨਾ ਜ਼ਿਆਦਾ ਉਹਨੂੰ ਸੱਟਾਂ ਲੱਗੀਆਂ, ਬੱਚੇ ਉਹਦੇ ਦੀ ਜ਼ਿੰਦਗੀ, ਉਹਦੀ ਬੇਟੀ, ਉਹਦਾ ਬੇਟਾ ਹੈ, ਸਾਰਾ ਕੁਝ ਹੀ ਤੁਸੀਂ ਸਟੇਕ ਤੇ ਲਾ ਦਿੱਤਾ ਯਾਰ ਇਹਦੇ ਕੋਲੋਂ ਲੁੱਟ ਖੋਹ ਕਰਕੇ। ਸੋ ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰ ਕਿਸੇ ਨੂੰ ਸੱਟ ਪੇਟ ਲਾਉਣ ਤੋਂ ਪਹਿਲਾਂ। 2-4 ਹਜ਼ਾਰ ਰੁਪਏ ਦੀ ਕਿੰਨਾ ਕੁ ਮਹਿੰਗਾ ਫੋਨ ਸੀਗਾ ਤੇਰਾ? 18,000 ਰੁਪਏ ਦਾ ਫੋਨ ਹੋਊਗਾ ਤੁਹਾਡਾ ਪੁਰਾਣਾ, ਉਹ 5 7 10 ਹਜ਼ਾਰ 'ਚ ਵਿਕਣਾ ਸੀਗਾ। ਇੰਨੇ ਪੈਸਿਆਂ ਲਈ ਯਾਰ ਤੁਸੀਂ ਉਹਦੀ ਸਾਰੀ ਜ਼ਿੰਦਗੀ ਮਤਲਬ ਤਬਾਹ ਕਰਨ ਤੱਕ ਗਏ ਹੋ। ਸੋ ਸਾਡੇ ਵੱਲੋਂ ਮੈਂ ਇੱਕ ਦਿਨ DC ਸਾਹਿਬ ਦੇ ਦਫ਼ਤਰ ਬੈਠਾ ਸੀ, ਉੱਥੇ ਮੈਨੂੰ ਸਾਰਾ ਇੱਕ ਕਿੱਸਾ ਸਮਝ ਆਇਆ ਔਰ ਮੈਂ ਪੱਤਰਕਾਰ ਭਾਈਚਾਰੇ ਨੂੰ ਵੀ ਇਹ ਬੇਨਤੀ ਕਰਦਾ ਕਿ ਨਿੱਕੀਆਂ ਨਿੱਕੀਆਂ ਸਟੋਰੀਆਂ ਔਰ ਛੋਟਾ ਮੋਟਾ ਅਸੀਂ ਜ਼ਰੂਰ ਕਰਨ ਜਾਂਦੇ ਹਾਂ। ਇਹੋ ਜਿਹੇ ਜਿਹੜੇ ਬਹਾਦਰੀ ਵਾਲੇ ਕਿੱਸੇ ਨੇ ਔਰ ਜ਼ਿੰਦਗੀ ਦਾ ਜਿਹੜੀ ਜ਼ਿੰਦਗੀ ਦਾਅ ਦੇ ਉੱਤੇ ਲੱਗ ਜਾਂਦੀ ਹੈ, ਉਹਨਾਂ ਲੋਕਾਂ ਦੇ ਮਸਲੇ ਵੀ ਜ਼ਰੂਰ ਚੁੱਕਿਆ ਕਰੋ। ਔਰ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜੇ ਇਹਦੀ ਕੋਈ ਨੌਕਰੀ ਕੋਈ ਕੱਚਿਆਂ 'ਚ ਪੱਕਿਆਂ 'ਚ, ਵੈਸੇ ਤੇ DC ਸਾਡੇ ਬਹੁਤ ਵਧੀਆ ਨੇ, ਮੈਂ ਕਾਰਪੋਰੇਸ਼ਨ ਕਮਿਸ਼ਨਰ ਨੇ, ਉਹਨਾਂ ਨੂੰ ਵੀ ਬੇਨਤੀ ਕਰੂੰਗਾ ਖਾਸ ਕਰਕੇ ਪੁਲਿਸ ਵਾਲਿਆਂ ਨੂੰ ਕਿ ਕਮ ਸੇ ਕਮ ਉਹ ਕਿਤੇ ਛੋਟੀ ਮੋਟੀ ਜੌਬ ਇੱਜ਼ਤ ਮਾਣ ਵਾਲੀ ਮੰਗਣਾ ਚਾਹੁੰਦੀ ਹੈ, ਤੁਹਾਡਾ ਮੂੰਹ ਹਿੱਲਣਾ ਤੇ ਉਹਨੂੰ ਜੌਬ ਵੀ ਮਿਲ ਜਾਣੀ ਹੈ, ਉਹਦੀ ਜ਼ਿੰਦਗੀ ਵੀ ਬਣ ਜਾਣੀ ਹੈ। ਸੋ ਜੇ ਉਹਨੇ ਕੋਈ ਮੁਕਾਬਲਾ ਕੀਤਾ ਆਪਣੇ ਦੇਸ਼ ਲਈ, ਆਪਣੇ ਹੱਕ ਲਈ ਜਾਂ ਆਪਣੇ ਲਈ ਲੜੀ ਹੈ, ਉਹ ਬੰਦੇ ਤੇ ਸਮਾਜ ਦੇ ਜਿਹੜੇ ਮਾੜੇ ਅਨਸਰ ਸੀਗੇ ਉਹ ਤੇ ਦੇਸ਼ ਵਿਰੋਧੀ ਨੇ ਨਾ, ਉਹ ਤੇ ਸਮਾਜ ਵਿਰੋਧੀ ਨੇ ਨਾ। ਜੇ ਉਹਨਾਂ ਨਾਲ ਲੜੀ ਹੈ ਤੇ ਸਾਨੂੰ ਵੀ ਸਾਰਿਆਂ ਨੂੰ ਇਹਦਾ ਜਿਹੜਾ ਸਾਥ ਦੇਣਾ ਚਾਹੀਦਾ। ਸੋ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਜੇ ਜਿੰਨੀ ਵੀ ਇਹਦੀ ਮਦਦ ਵਿਚਾਰੀ ਬੱਚੀ ਦੀ ਹੋ ਸਕੇ ਤੇ ਉਹ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਜੋ ਇਹ ਆਪਣੇ ਬੱਚਿਆਂ ਨੂੰ ਇੱਜ਼ਤ ਮਾਣ ਦੇ ਨਾਲ ਪਾਲ ਸਕੇ, ਤਾਂ ਜੋ ਆਪਣੀ ਬੇਟੀ ਦੀ, ਆਪਣੇ ਬੇਟੇ ਦੀ ਪੜ੍ਹਾਈ ਤੇ ਆਪਣੇ ਜਿਹੜੇ ਇਹਦੇ ਸੁਪਨੇ ਨੇ ਸੈਂਟਰ ਖੋਲ੍ਹਣ ਦੇ, ਉਹ ਇਹ ਪੂਰੇ ਕਰ ਸਕੇ। ਧੰਨਵਾਦ।